ਸਾਨੂੰ ਸਾਡੀ ਜ਼ਾਤੀ ਅਨਾਦ ਦੇ ਹਿਸਾਬ ਨਾਲ ਜਿੰਨਾ ਕੋ ਇੱਕ ਮਾਲ ਸਬਾਬ ਮਿਲਿਆ ਹੁੰਦਾ ਨਾ ਕੁਰਾਨ ਪਾਕ ਦੀ ਜਿਹੜੀ ਅਸੀਂ ਆਇਤ ਪੜ੍ਹਦੇ ਹਾਂ ਕਿ ਜਿਹਦੇ ਵਿੱਚ ਯਾਲਮੂਨਾ ਜ਼ਾਹਿਰੂ ਮਿਨਲ ਹਯਾਤ ਦੁਨੀਆ ਯਾਨੀ ਲੋਕ ਨਿਰਾ ਆਪਣਾ ਜ਼ਾਹਰੀ ਜਿਹੜਾ ਥੋੜਾ ਬਹੁਤਾ ਮਾਲ ਸਬਾਬ ਬਣੇ ਆ ਜੋ ਕੁਝ ਹੈ ਜਿਵੇਂ ਕੁਰਾਨ ਪਾਕ 'ਚ ਇੱਕ ਦੂਸਰੇ ਮੁਕਾਮ ਤੇ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਜ਼ਯੀਨਾ ਹੁਬ ਸ਼ਹਵਾਤੀ ਮਨ ਨਸਾਈ ਵਲ ਬਨੀਗੀਨਾ ਵਲ ਕਨਾਤਿਲ ਮੁਕੰਦਰਾਤ ਯਾਨੀ ਲੋਕਾਂ ਨੇ ਨਿਰਾ ਜ਼ਾਹਰੀ ਨਿਜ਼ਾਮ ਜਿਹੜਾ ਨਾ ਜ਼ਾਹਰੀ ਪਹਿਲੂ ਇਹਨੂੰ ਹੀ ਸਾਰਾ ਕੁਝ ਸਮਝ ਛੜੇ ਆ ਜਦਕਿ ਅਸਲ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਠੀਕ ਹੈ, ਮੌਲਾਨਾ ਫਰਮਾ ਰਹੇ ਨੇ ਕਿ ਸਿਰ ਚੁੱਕ ਤੇ ਮਾਲਕ ਦੀ ਉਸ ਸਲਤਨਤ ਨੂੰ ਜਾਣਨ ਦੀ ਕੋਸ਼ਿਸ਼ ਕਰ, ਮਾਲਕ ਦੇ ਉਸ ਰਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ। ਜਿਵੇਂ ਇੱਕ ਮੁਕਾਮ ਦੇ ਉੱਤੇ ਜਨਾਬ ਨੇ ਫਰਮਾਇਆ, ਜਨਾਬ ਫਰਮਾਉਂਦੇ ਨੇ ਕਿ ਜਿਹੜੇ ਤੇਰੇ ਕੋਲ ਜਿਹੜਾ ਅਨਾਦ ਦਾ ਹਕੀਕ ਹੈ ਨਾ ਇਹਨੂੰ ख़त्म ਕਰਕੇ ਤੇ ਇਹਦੇ ਬਦਲੇ ਵਿੱਚ ਹਜ਼ਾਰਾਂ ਯਮਨੀ ਹਕੀਕ ਹੈ ਯਾਨੀ ਇਹਦੀ ਕੀਮਤ ਤੋਂ ਕਈ ਗੁਣਾ ਵੱਧ ਦੇ ਤੈਨੂੰ ਮਿਲਣਗੇ। ਲੇਕਿਨ ਜੇ ਤੂੰ ਆਪਣੀ ਜਿਹੜਾ ਤੂੰ ਆਪਣੇ ਹਿਸਾਬ ਨਾਲ ਇੱਕ ਪੱਥਰ ਫੜੀ ਬੈਠਾ ਨਾ ਹਾਲਾਂ ਇਹਨੂੰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਕੋਈ ਕੀਮਤੀ ਸ਼ੈ ਇਹ ਸਿਰਫ ਪੱਥਰ ਨੂੰ ਜਿਹੜਾ ਨਾ ਉਹ ਜੱਫਾ ਮਾਰ ਕੇ ਤੇ ਇਹ ਸਮਝੀ ਬੈਠਾ ਕਿ ਮੈਂ ਬੜਾ ਕੋਈ ਜਿਹੜਾ ਤੋਹਫਾ ਔਰ ਬੜਾ ਕੋਈ ਨਾਮ ਫੜ ਲਿਆ। जबकि जिस वक्त सराफ के सामने पहुँचेगा ना सराफ हकीकी खाल के हकीकी ਜਿਹੜਾ ਇੱਥੇ ਨਹੀਂ ਨਾ ਬਣਦਾ ਉਹ ਉੱਥੇ ਠੁੱਡੇ ਖਾਂਦਾ। ਮੌਲਾਨਾ ਰੂਮ ਨੇ ਫਰਮਾਇਆ ਨਾ ਕਿ ਘਰ ਤੋਂ ਸੰਗੀ ਖਾ ਰਹੀ ਮਰ ਮਰ ਸ਼ਿਵ ਤੂੰ ਇੱਕ ਪੱਥਰ ਦੀ ਤਰ੍ਹਾਂ ਹੈ। ਪੱਥਰ ਵੀ ਉਹ ਜਿਹੜਾ ਬਿਲਕੁਲ ਹੀ ਬਸੂਰਾ ਜਿਹਾ ਪੱਥਰ ਪੇਸ਼ ਅਜ਼ ਸਾਹਿਬ ਦਿਲ ਗੋਹਰ ਸ਼ਵੀ ਤੇ ਜਾ ਕਿਸੇ ਸਾਹਿਬ ਦਿਲ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰ ਉਹ ਫਿਰ ਤੈਨੂੰ ਗੋਹਰ ਬਣਾ ਦੇ। ਜਿਹੜੇ ਗੋਹਰ ਬਣੇ ਹੁੰਦੇ ਨੇ ਨਾ ਉਹਨਾਂ ਦਾ ਮੁੱਲ ਇੱਥੇ ਵੀ ਲੱਗਦਾ ਤੇ ਉੱਥੇ ਵੀ ਯਾਨੀ ਉਹ ਇਸ ਜਹਾਨ ਦੇ ਵਿੱਚ ਵੀ ਜਿਹੜਾ ਨਾ ਪੁਰਸਕੂਨ ਔਰ ਪੁਰਸਰੂਰ ਰਹਿੰਦੇ ਨੇ ਉਸ ਜਹਾਨ ਦੇ ਵਿੱਚ ਵੀ ਉਹ ਪੁਰਸਰੂਰ ਨੇ ਤੇ ਜਿਹੜੇ ਨਹੀਂ ਬਣੇ ਨਾ ਉਹ ਇੱਥੇ ਵੀ ਜੁੱਤੀਆਂ ਖਾਂਦੇ ਨੇ। ਇਹ ਨਾ ਵੇਖੋ ਕਿ ਮਾਲ ਕਿੰਨਾ ਇਹ ਵੇਖੋ ਵੀ ਸੁੱਖ ਦੀ ਨੀਂਦਰ ਵੀ ਲੈਂਦਾ ਪਿਆ ਕਿ ਨਹੀਂ ਲੈਂਦਾ। ਮਾਲ ਦੀ ਕਿਹੜੀ ਗੱਲ ਕਰਦੇ ਹੋ? ਕਰੀਮ ਆਕਾ ਸੱਲੱਲਾਹੁ ਅਲੈहि ਵਸੱਲਮ ਦੀ ਜ਼ਿੰਦਗੀ ਪੜ੍ਹੋ। ਮਾਲ ਬਿਲਕੁਲ ਨਹੀਂ ਲੇਕਿਨ ਇੰਨਾ ਇੰਜ ਸਕੂਨ ਹੈ ਕਿ ਅੱਜ ਤੱਕ ਜਨਾਬ ਦਾ ਵੰਡਿਆ ਸਕੂਨ ਬੰਦਿਆਂ ਨੂੰ ਦਿੰਦੇ ਆ ਮਾਲ ਨੂੰ ਨਾ ਵੇਖੋ ਕਿ ਮਾਲ ਤੇ ਇਸ ਵੇਲੇ ਕਾਫਰਾਂ ਕੋਲ ਬਹੁਤ ਜ਼ਿਆਦਾ ਹੈ। ਮੁਸਲਮਾਨ ਜ਼ਮਾਨੇ ਦੇ ਉੱਤੇ ਸ਼ਰਮਿੰਦਾ ਹੈ, ਜ਼ਿਆਦਾ ਤਜ਼ਲੀਲ ਹੋਏ ਨੇ ਮੁਸਲਮਾਨ। ਲੇਕਿਨ ਇਹ ਵੇਖੋ ਕਿ ਉਹ ਜਿਹੜਾ ਇੱਕ ਸਕੂਨੇ ਕਲਬ ਹੈ क्या वो बहाल हुआ है? और सुकून कल बहाल किधर होता है? फरमान एक अला बिज़िक्रिल्लाह तत्मइन्नुल क़ुलूब खबरदार जे कोई सुकून है ना अल्लाह ताला फरमाते हैं कि वो मंसूर वाली अनाज जी उस पासे सुकून है। जिन्नी देर तक तुसी अपनी अनाज उत्ते खलो रहोगे ना उन्नी देर तक बेसकूनी है। जिस वक्त तुसी खालक दी अनाज क्योंकि दो अनाज का जिक्र होया और इंशाअल्लाह इस दरस में मौलाना अगे सारी शरह फरमाएंगे कि जिन्नी देर तक अपनी अनाज लैके बैठे हैं ना ਤੇ ਵੇਖੋ ਇੱਕ ਅਨਾਹ ਹੁੰਦੀ ਹੈ ਕਤਰੇ ਦੀ। ਕਤਰਾ ਵੀ ਆਪਣੇ ਆਪ ਦੇ ਵਿੱਚ ਬਣਿਆ ਹੁੰਦਾ ਨਾ ਮੈਂ ਕਤਰਾ ਵਾਂ ਤੇ ਇੱਕ ਅਨਾਹ ਹੁੰਦੀ ਹੈ ਸਮੁੰਦਰ ਦੀ। ਕਤਰੇ ਦੀ ਅਨਾਹ ਕਿੰਨੀ ਕੁ ਹੈ? 2-4 ਘੰਟੇ ਤੋਂ ਬਾਅਦ ਖਤਮ ਪਿਆ ਪਈ ਖਤਮ ਹੋ ਜਾਏਗਾ। ਕੁਝ ਵੀ ਨਾ ਹੋਵੇ ਫਿਰ ਵੀ ਖਤਮ ਹੋ ਜਾਏਗਾ। ਭਲਾ ਧਿਆਨ ਤੇ ਮਾਰ ਤੇਰੀ ਵੀ ਅਨਾਹ ਦਿਨ ਬ ਦਿਨ ਖਤਮ ਨਹੀਂ ਹੁੰਦੀ। ਕੁਝ ਵੀ ਨਾ ਹੋਵੇ ਫਿਰ ਵੀ ਖਤਮ ਹੁੰਦੀ ਹੈ। ਦਿਨ ਬ ਦਿਨ ਖਤਮ ਹੋਣ ਦੇ ਨੇੜੇ ਜਾਂਦੀ ਹੈ। ਇੱਕ ਅਨਾਹ ਹੋਵੇ ਜਿਹੜੀ ਕਤਰੇ ਦੀ ਹੈ, ਇੱਕ ਅਨਾਹ ਹੋਵੇ ਜਿਹੜੀ ਸਮੁੰਦਰ ਦੀ ਹੈ। ਬਾਹਰ ਜਾ ਕੇ ਫੋਨ ਸੁਣੋ ਯਾਰ, ਮਹਿਫਲ ਨੂੰ ਨਾ ਖਰਾਬ ਕਰਿਆ ਕਰੋ। ਮਸਾਂ ਮੈਂ ਉੱਥੋਂ ਤੱਕ ਗੱਲ ਲੈ ਕੇ ਆਉਣਾ ਜਿੱਥੇ ਮੈਂ ਸਮਝਾਉਣਾ ਹੈ। ਫੋਨ ਸਾਇਲੈਂਟ ਲਾ ਕੇ ਪਵੇ ਕਰੋ, ਫੋਨ ਨਾ ਸੁਣਿਆ ਕਰੋ। ਇੱਥੇ ਬੈਠੇ ਆ ਗੱਲ ਮੈਂ ਆਪਣੇ ਕੋਲ ਯਾਦ ਤੇ ਕੀਤੀ ਨਹੀਂ ਹੁੰਦੀ। ਬੜੀ ਮੁਸ਼ਕਲ ਉਹ ਮੈਂ ਹਾਲਤ ਲਿਆਉਣਾ ਜਿਹਦੇ ਵਿੱਚ ਮੈਂ ਗੱਲ ਸੁਣਾਣੀ ਹੁੰਦੀ। ਬਾਹਰ ਹੈ ਐਸਾ ਹੁੰਦਾ ਵੀ ਜਿਉਂ ਮੈਂ ਆਪਣੇ ਕਿਸੇ ਪੁਆਇੰਟ ਤੇ ਪਹੁੰਚਣਾ ਵਾ ਕੋਈ ਨਾ ਕੋਈ ਵਿੱਚ ਮਾਮਲਾ ਤੁਸੀਂ ਕਰ ਦਿੰਦੇ ਹੋ। ਇੰਝ ਨਾ ਕਰਿਆ ਕਰੋ। ਬਿਲਕੁਲ ਇੰਜ ਮੁਰਦੇ ਬਣ ਕੇ ਗੱਲ ਸੁਣੋ, ਸਮਝ ਆਵੇਗੀ। खुदा शाहिद मैं हल्फा ना मैं मुर्दा बन के सुनाना वा। मैं जिन्नी देर तक मैं होना वा ना उन्नी देर तक मैं सुना नहीं सकता। मैं गल्लां नाल तुहानूं रोल ना पिओ दूंगा। मैं रोल के तुहानूं उत्थे लियाउणा चाहना वा पिया। तुहानूं की अपने आप नूं उत्थे लियाउणा पिया चाहना जिੱਥੇ मैं मुर्दा होवां। ਜਦੋਂ ਮੈਂ ਮੁਰਦਾ ਹੋ ਕੇ ਸੁਣਾਵਾਂਗਾ ਫਿਰ ਤੁਹਾਨੂੰ ਸਮਝ ਆਵੇਗੀ। ਜਿੰਨੀ ਦੇਰ ਤੱਕ ਮੈਂ ਕਿੱਥੇ ਸੁਣਾ ਸਕਦਾ। ਮੈਂ ਸਿਰਫ ਮਾਹੌਲ ਕ੍ਰੀਏਟ ਕਰਨਾ ਪਿਆ ਤਾਂ ਕਿ ਜਨਾਬ ਦੀ ਆਮਦ ਹੋਵੇ। ਜਨਾਬ ਦੀ ਆਮਦ ਹੋ ਗਈ ਤੇ ਫਿਰ ਗੱਲ ਸ਼ੁਰੂ ਹੋ ਜਾਏ। ਅੱਛਾ तो इंज जरा डिस्टर्बेंस होता है ये महसूस ना करा जे। लेकिन मेरे को जिन्ने भी आने वाले मैं तुहानूं अगे भी कई बार आख्या भी इंज बिल्कुल इंज हो जा करो बेजान ताकि तुहानूं वो मिल सके जो मैं देना चाहता। तो जो मिले ही ना तुहानूं आउण दा फायदा ना मैनूं बोलण दा फायदा। अच्छा मौलाना फरमाते ने सर उठा जिंदा और आलीशान सल्तनत को देख ए मिस्र और दरिया नील पर मरूर
ਭਈ ਤੂੰ ਫਰੌਨ ਨੇ ਦਾਵਾ ਕੀਤਾ ਨਾ ਮੈਂ ਰੱਬ ਹਾਂ, ਮੈਂ ਅੱਲਾ ਵਾਂ, ਠੀਕ ਹੈ। ਤੇ ਆਂਦੇ ਨੇ ਇੰਜ ਹੀ ਇਹਨਾਂ ਕੋ ਦਾਵਾ ਤੂੰ ਵੀ ਕਰੀ ਬੈਠਾ ਐਵੇਂ, ਆਪਣਾ ਜਿੰਨੀ ਕੋ ਸਲਤਨਤ ਤੈਨੂੰ ਲੱਭੀ ਹੈ ਨਾ ਉਹਦੇ ਤੂੰ ਵੀ ਪੂਰੀ ਤਰ੍ਹਾਂ ਰੱਬ ਬਣ ਕੇ ਬੈਠਾ ਤੇ ਭਲਾ ਧੌਣ ਚੁੱਕ ਹਾਂ ਉਹਦੀ ਸਲਤਨਤ ਨੂੰ ਵੇਖ, ਜ਼ਿੰਦਾ ਔਰ ਆਲੀਸ਼ਾਨ ਸਲਤਨਤ को देख। ਤੇ ਤੂੰ ਇਹ ਜਿਹੜੀ ਇੰਨੀ ਕੁ ਜਿਹੀ ਹਾਕਮੀਅਤ ਹੈ ਇਹਦੇ ਉੱਤੇ ਹਾਕਮ ਹੋ ਕੇ ਛੋਟੇ ਛੋਟੇ ਕਾਰੋਬਾਰ ਨੇ ਨਾ, ਜਾਂ ਛੱਡੋ ਬੜਾ ਵੀ ਕੰਮ ਕਰੋ, ਹਾਕਮ ਬਣ ਗਏ ਨੇ ਨਵਾਜ਼ ਸ਼ਰੀਫ ਹੈ ਜਾਂ ਇਮਰਾਨ ਖਾਨ ਜਾਂ ਕੋਈ ਵੀ, ਇਹ ਫਿਰ ਇਹਨਾਂ ਦੀ ਟੂਨ ਹੀ ਨਹੀਂ ਸਿੱਧੀ ਹੁੰਦੀ ਹੈ, ਗੱਲ ਹੀ ਨਹੀਂ ਸਿੱਧੀ ਤਰ੍ਹਾਂ ਕਰਦੇ ਕਿ ਕਿਉਂਕਿ ਇਹ ਤੇ ਹਾਕਮ ਬਣੇ ਬੈਠੇ ਨੇ। ਉਹ ਅੱਲਾ ਜਨਾਬ ਫਰਮਾਉਂਦੇ ਨੇ ਪਏ ਕਿ ਤੁਸੀਂ ਇੰਨੀ ਹਾਕਮੀਅਤ ਆਪਣੀ ਉੱਤੇ ਆਕੜ ਤੇ ਗਰੂਰ ਕਰਕੇ ਬੜਾ ਆਪਣੇ ਨੂੰ ਇਹਨੂੰ ਸਾਂਭ ਕੇ ਬੈਗ ਹੁਣ ਮੈਂ ਹਾਕਮ ਬਣ ਗਏ ਆ। ਆਮ ਕਿਸੇ ਡੇਰੇ ਤੇ ਤੁਰ ਜਾਈਏ ਤਾਂ ਪੀਰ ਸਾਹਿਬ ਦੀ ਟੂਨ ਹੀ ਹੋਰ ਹੋਈ ਹੁੰਦੀ, ਕਿਉਂਕਿ ਪੀਰ ਸਾਹਿਬ ਸਮਝਦੇ ਨੇ ਮੈਂ ਹੁਣ ਇੱਥੇ ਦਾ ਗੱਦੀ ਮਸ਼ੀਨ, ਉਹ ਗੱਦੀ ਮਸ਼ੀਨ ਨਹੀਂ, ਉਹ ਗੱਦੀ ਮਸ਼ੀਨ ਹੋ ਗਿਆ, ਠੀਕ ਹੈ। ਤੇ ਉਹ ਬਸ ਪੈਸਿਆਂ ਵਾਲੀ ਮਸ਼ੀਨ ਬਣ ਗਏ ਆ ਵੀ ਤੁਸੀਂ ਆਓ ਤੇ ਮੇਰੇ ਕੋਲ ਵੀਸਾ ਗੱਲ ਹੋਵੇ ਤੇ ਲੈ ਕੇ ਜਾਓ। ਮਤਲਬ ਜਿਹਦੇ ਕੋਲ ਜਿੰਨਾ ਕੋਈ ਇਕਤਦਾਰ ਹੈ ਵੇ ਨਾ, ਉਹ ਉਹਨੂੰ ਇੰਜ ਫੜ ਕੇ ਬੈਠਾ ਹੈ ਕਿ ਜਿਵੇਂ ਉਹ ਉਹਦਾ ਪੂਰੀ ਤਰ੍ਹਾਂ ਹਾਕਮ ਬਣ ਗਿਆ। ਇੱਕ ਹਾਕਮ ਆਲਾ ਵੀ ਹੈ ਵੇ, ਆਂਦੇ ਨੇ ਕਦੀ ਤੂੰ ਆਪਣੀ ਹਾਕਮੀਅਤ ਛੱਡ ਕੇ ਹਾਕਮ ਆਲਾ ਦੇ ਨਾਲ ਮੁਹੱਬਤ ਪਾ। ਜ਼ਮੀਨ ਦੀ ਹਾਕਮੀਅਤ ਨਿੱਕੀ ਜੀ ਗੱਲ ਹੈ, ਆਪਣੀ ਹਾਕਮੀਅਤ ਛੱਡ ਕੇ ਹਾਕਮ ਆਲਾ ਦੇ ਨਾਲ ਪ੍ਰੀਤ ਪਾ, ਤੇਰੀ ਮਰਜ਼ੀ ਦੇ ਨਾਲ ਚੰਨ ਸੂਰਜ ਵੀ ਚੱਲਦਾ। ਕਿਆ ਸੀ ਮਾਤਾ ਸੱਲਮ ਨੇ ਇਹਨਾਂ ਚੀਜ਼ਾਂ ਨੂੰ ਉਂਗਲੀ ਦੇ ਇਸ਼ਾਰੇ ਨਾਲ ਨਹੀਂ ਚਲਾ ਦਿੱਤਾ। ਲੋਕ ਇੰਨੀ ਕੋ ਹਾਕਮੀਅਤ ਦੇ ਉੱਤੇ ਬੜੇ ਜਿਹੜਾ ਨਾ ਮਗਰੂਰ ਹੋਏ ਹੁੰਦੇ ਤੇ ਅੱਲਾਹ ਤਾਲਾ ਦੀ ਹਾਕਮੀਅਤ ਜਿਹੜੀ ਹੈ ਉਹ ਲਾਮਹਦੂਦ ਹੈ। ਮੈਂ ਗੁਜ਼ਾਰਿਸ਼ ਕਰਦਾ ਹੁਣ ਮੈਨੂੰ ਫਿਰ ਦੁਬਾਰਾ ਯਾਦ ਆਈ, ਮੈਂ ਗੱਲ ਕੀ ਸੁਣਾਉਂਦਾ, ਸਮੁੰਦਰ ਤੇ ਕਤਰੇ ਦੀ ਸੁਣਾਉਂਦਾ ਸਾਂ ਕਿ ਕਤਰਾ ਜੇ ਨਿਰਾ ਆਪਣੇ ਉਹ ਇਹਨਾਂ ਕੋ ਵਜੂਦ ਲੈ ਕੇ ਉਹਦੇ 'ਚ ਆਕੜ ਬਣਾਈ ਫਿਰੇ ਕਿ ਲੈ ਦੱਸ ਮੈਂ ਵੀ ਤੇ ਹੋਰ ਵੀ। ਤੇ ਜੇ ਉਹਨੂੰ ਸਮੁੰਦਰ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਯਕੀਨ ਦਵਾਇਆ ਜਾਏ ਕਿ ਬੱਚਾ ਤੂੰ ਤੇ ਕੁਛ ਵੀ ਨਹੀਂ, ਜੇ ਉਹਨੂੰ ਜਾਣ ਲਵੇ ਤੇ ਕਤਰਾ ਕਦੀ ਜ਼ਿੰਦਗੀ ਦੇ ਵਿੱਚ ਚੂਚਣਾ ਕਰੇਗਾ ਜਾਂ ਜ਼ਿੰਦਗੀ ਦੇ ਵਿੱਚ ਕਦੀ ਉਹ ਆਪਣਾ ਆਪ ਵਿਖਾਏਗਾ ਕਿ ਮੈਂ ਵੀ ਕੁਝ ਹਾਂ? ਕਦੀ ਵੀ ਨਹੀਂ ਵਿਖਾਏਗਾ। ਸਰ ਉਠਾ ਜ਼ਿੰਦਾ ਔਰ ਆਲੀਸ਼ਾਨ ਸਲਤਨਤ को देख ਕਿ ਜਦੋਂ ਧੌਣ ਚੁੱਕੇਗਾ ਫਿਰ ਤੈਨੂੰ ਉਹਦੀ ਹਾਕਮੀਅਤ ਨਜ਼ਰ ਆਵੇਗੀ, ਜਿਹਦੀ ਮਰਜ਼ੀ ਦੇ ਨਾਲ ਸੂਰਜ ਚੰਨ ਤਾਰੇ ਚੱਲਦੇ ਨੇ, ਜਿਹਦੀ ਮਰਜ਼ੀ ਦੇ ਨਾਲ ਹਵਾਵਾਂ ਫਲਾਵਾਂ ਚੱਲਦੀਆਂ ਨੇ। ਇੱਕ ਉਹ ਵੇ, ਇੱਕ ਤੇਰੀ ਮਰਜ਼ੀ ਹੈ, ਯਾਨੀ ਇੱਕ ਅਨਾ ਖਾਲਕ ਵਾਲੀ, ਇੱਕ ਅਨਾ ਤੇਰੇ ਵਾਲੀ, ਇੱਕ ਅਨਾ ਮਨਸੂਰ ਵਾਲੀ, ਇੱਕ ਅਨਾ ਫਰੌਨ ਵਾਲੀ। ਕੀਤੀ ਦੋਵਾਂ ਹੀ ਅਨਾ, ਇੱਕ ਦੀ ਅਨਾ ਦੇ ਉੱਤੇ ਹਜ਼ਾਰਾਂ ਰਹਿਮਤਾਂ ਦਾ ਨਜ਼ੂਲ ਹੋ ਗਿਆ, ਇੱਕ ਦੀ ਅਨਾ ਦੇ ਉੱਤੇ ਹਜ਼ਾਰਾਂ ਲਾਨਤਾਂ ਦਾ ਨਜ਼ੂਲ ਹੋ ਗਿਆ। ਕਿਉਂ? ਇੱਕ ਨੇ ਆਪਣੇ ਹੋਣੇ ਨੂੰ ਮੱਦੇਨਜ਼ਰ ਰੱਖ ਕੇ ਕਤਰਾ ਜੇ ਦਾਵਾ ਕਰੇ ਨਾ ਆਨਾ ਬਾਹਰ, ਕਤਰਾ ਜੇ ਆਕੇ ਕਿ ਮੈਂ ਸਮੁੰਦਰ ਹਾਂ, ਲਾਨਤ ਦਾ ਮੁਸਤਹਿਕ ਉਹੀ ਕਤਰਾ ਜੇ ਸਮੁੰਦਰ ਦੇ ਵਿੱਚ ਡਿੱਗ ਪਵੇ। ਮੈਂ ਇਹ ਦੂਸਰੀ ਦਫਾ ਮੈਨੂੰ ਜ਼ਰਾ ਬੋਲਣਾ ਤਾਂ ਪਿਆ ਕਿ ਮੈਂ ਗੱਲ ਕੋਈ ਬਰੀਕ ਹੈ ਜਿਹੜੀ ਸਮਝਾਉਣਾ ਚਾਹੁੰਦਾ ਪਿਆ। ਲੋਕਲ ਮਹਿਫਲ ਹੋਵੇ ਮੈਂ ਸੁਣਾ ਦਿੰਦਾ ਵਾ, ਚਲੋ ਠੀਕ ਹੈ ਬੈਠੇ ਨੇ, ਉਹ ਗੱਲ ਬਰੀਕ ਹੈ ਜਿਹੜੀ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ, ਤੁਸੀਂ ਤੁਹਾਡੇ ਦੇਖ ਕੇ ਰੱਖੋ, ਇਨਸ਼ਾਅੱਲਾ ਸਮਝ ਆਵੇਗੀ। ਮੈਂ ਉਹਨੇ ਤਾਂ ਛੱਡਣਾ ਹੀ ਨਹੀਂ ਜਿੰਦਾ ਸਮਝਣਾ ਤੁਹਾਨੂੰ। ਅੱਛਾ, ਕਤਰਾ ਜਿਸ ਵਕਤ ਆਪਣੀ ਅਨਾ ਸਮੁੰਦਰ ਦੇ ਹਵਾਲੇ ਕਰ ਦੇਵੇ, ਫਿਰ ਕਤਰਾ ਜੇ ਆਕੇ ਨਾ ਕਿ ਅਨਾ ਬਾਹਰ, ਮੈਂ ਸਮੁੰਦਰ ਹਾਂ, ਉਹਦਾ ਕਹਿਣਾ ਬਜਾ ਹੈ। ਬਹੁਤ ਜ਼ਿਆਦਾ ਤੁਹਾਨੂੰ ਜ਼ਮਾਨੇ ਦੇ ਉੱਤੇ ਵਿਗੜੇ ਕਈ ਦਰਵੇਸ਼ ਵੀ ਐਸੇ ਮਿਲਣਗੇ ਜਿਨ੍ਹਾਂ ਨੂੰ ਹਾਲੇ ਤੱਕ ਸੂਫੀਜ਼ਮ ਦਾ ਖਬਰ ਹੀ ਨਹੀਂ, ਲੇਕਿਨ ਉਹਨਾਂ ਨਾਲ ਜੇ ਤੁਸੀਂ ਗੱਲ ਕਰੋ ਤਾਂ ਉਹ ਪੂਰਾ ਯਾਨੀ ਉਹ ਖੁਦਾਈ ਦਾਅਵੇ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਨਾ ਕਾਰ ਬੰਦ ਰਿਹਾ। ਅਸੀਂ ਅਲਹਮਦੁਲਿਲਾ ਅਸੀਂ ਕਿਹੜਾ ਫਿਰ ਗੈਰ ਹੋਣੀ, ਜਿੰਦੇ ਤੱਕ ਤੇਰੀ ਸਮਝ ਪੂਰੀ ਤਰ੍ਹਾਂ ਸਾਫ਼ ਨਹੀਂ ਨਾ ਹੋਈ ਤੇ ਪੁੱਤਰ ਗੈਰ ਤਾਂ ਉਹਦਾ ਕੋਈ ਨਹੀਂ, ਪਰ ਤੂੰ ਗੈਰ ਹੀ ਹੈ। ਕਿਉਂਕਿ ਤੇਰੀ ਸਮਝ ਜਿੰਨੀ ਦੇਰ ਤੱਕ ਗੰਦੀ ਹੈ ਨਾ, ਉਨੀ ਦੇਰ ਤੱਕ ਤੇਰੀ ਸਮਝ ਦੇ ਵਿੱਚੋਂ ਗੈਰ ਨਿਕਲਿਆ ਹੀ ਨਹੀਂ, ਤੇ ਤੇਰੇ ਵਾਸਤੇ ਫਿਰ ਗੈਰ ਹੀ ਹੈ। ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਕਿ ਇਹ ਵਲੀ ਆਖਣ ਨਾਲ ਥੋੜ੍ਹਾ ਹੀ ਹੁੰਦਾ ਮੈਂ ਆਖਾਂ ਮੈਂ ਅੱਲਾ ਦਾ ਵਲੀ ਹਾਂ, ਮੇਰੇ ਆਖਣ ਦੀ ਕਿਹੜੀ ਗੱਲ? ਵਲਾਇਤ ਦੇ ਕੁਝ ਕਵਾਨੀਨ ਨੇ, ਉਹਨਾਂ ਕਾਨੂੰਨਾਂ ਸਭ ਨੂੰ ਪਹਿਲੀ ਗੱਲ ਹੀ ਹੈ ਵੇ ਕਿ ਉਹ ਪੂਰੀ ਤਰ੍ਹਾਂ ਧੁੱਪ ਜਾਏਗਾ। ਕਾਹਦੇ ਤੂੰ? ਆਪਣੀ ਅਨਾ। ਉਹਦੇ ਵਿੱਚ ਜਿਹੜੀ ਅਨਾ ਹੋਵੇਗੀ ਉਹ ਉਹਦੇ ਵਾਲੀ ਨਹੀਂ ਹੋਵੇਗੀ, ਉਹਦੇ ਵਿੱਚ ਅਨਾ
जनाब एक शेर बड़ा पढ़ते होंगे सन जनाब फरमाते सन ए मैं मेरी है या तेरी है मैं भी गल करना मैं ना मैं तुसी भी गल करदे हो ये भी मैं वो भी मैं वो भी मैं वो जनाब फरमाते होंगे सन मैं मेरी है या तेरी है ये अंत फहम वहम दी ढेरी है इस ढेरी ते सब फेरी है कुबड़े नूं नाच नचाईदा हुण कैसी आ कि इस अनाज दे उत्ते सारा चक्कर चल रहा है जिहदी अनाज रुस्त हो गई ਉਹਦੇ ਸਾਰੇ ਚੱਕਰ ਸਿੱਧੇ ਹੋ ਗਏ ਤੇ ਜਿਹਦੀ ਅਨਾਪ ਪੁੱਠੀ ਰਹੀ ਗੋ ਮਸੀਤੇ ਬਹਿ ਕੇ ਤੇ 5 ਨਹੀਂ 7 ਨਮਾਜ਼ਾਂ ਪੜ੍ਹੇ ਤਲਾਵਤ ਤੇ ਕੁਰਾਨ ਪਾਕ ਦੇ ਵਿੱਚ ਵੀ ਲੱਗਾ ਰਹੇ ਤੇ ਕੁਝ ਵੀ ਅੱਛੇ ਕੰਮ ਬੜੇ ਕਰੇ ਪਰ ਕਰੇ ਨਿਰੀ ਆਪਣੀ ਅਨਾ ਵਾਸਤੇ अपने वास्ते अलामा साहब फरमाते नहीं कि जिसका अमल हो बेगरज उसकी जज़ा कुछ और है उसकी जज़ा जी है ना वो कुरान पाक से नहीं अल्लाह ताला ने फरमाया कि बाद का माला दाएं हाथ में और बाद का बाएं हाथ में और एक ग्रोह सीधा आने वाला वो केड़ा ग्रोह सी जिन्हों ने देखो मेरी गल बड़ी तवज्जो नाल सुनिया जी कोई बंदा हाली जन्नत के लालच में भी है ना तो वह भी अनाद में ही फसे कोई दोज़ख के खौफ च बैठे है तो वह भी अनाह दे लालच फसे है चाहता की है भाई अल्लाह मैनू दोज़ख तो बचाई मैनू मैं या अल्लाह मैं दोज़ख च नहीं जाना चाहता मतलब मैं हाली है उधर वाले ने आख्या या अल्लाह मैं जन्नत च जाना चाहना अल्लाह ने आख्या अच्छा तू दोज़ख च तू जन्नत च जाना चाहना लै तू जन्नत च जा तू दोज़ख तू बचना चाहना है तू भी बच गया ठीक है अच्छा जन्नत विच जाके भी सुकून किवें पाएगा जे जे खालक दे नाल उन्हीं दा वसल ना पाए रब बड़ा एक शेर पढ़दा जन्नत वाले नूं पाल ते खुल जन्नत फिर जन्नतां दा निगहबान ते जन्नत वाले दे नाल जे तेरे लिंक बन गए जन्नत वाले पता किहड़े ने सीधा आने वाले जिन्हां ने अपनी अना नहीं रखी जिन्हों ने अपना होना मुका दिता है जिन्हों का होना मुक जाए उन्होंने वास्ते पता की है कि हस्ती तेरी हजाब है वरना वो बेनिशान हर तौर हर निशान में जाहिर है जिन्हें अपनी अनाम मुका दी ना फसम्मा वजहुल्ला तू कोई फैजियाब हो सके पता लगा कि लामा साहब दे इस कानून मद्देनजर रखना पैना है कि जिसका अमल हो बेगरज उसकी जजा कुछ और है हूरो ख़याम से गुजर बादा हो जाम से आते ने छाड़ की पा करना है तू आने चक्कर में भजा फिरना है ना ना सज्जे का चाहिए ना खब्बे का चाहिए जब मैं ही नहीं मैं की करना सज्जा तो मैं की करना खब्बा जब मैं नहीं तो फिर वो मैं सूफीज़म दे विच जिहड़ी आखिर दर्जे दी दलील है तो देना चाहना होता है और अल्हम्दुलिल्लाह मैं अपने मकसद चों कामयाब होना जे हुण तुसां को डिस्टर्ब ना कीता दोबारा से जदों मैं जन्नत विच भी जावां ते मैं जावां जहन्नम विच भी जावां ते मैं जावां ते जे मैं ही नहीं ते ना जन्नत ते ना जहन्नम फिर मैं जन्नत वाले तक गया तां मौलाना जलालुद्दीन रूमी रहमतुल्लाह अलैह जनाब फरमा रहे ने कि सिर चुक जरा वो सल्तनत नूं वेख ताकि इस सल्तनत तो तेनों आपे ही नफरत हो जिस वक्त हज़रत सुलेमान अलैहिस्सलाम की तरफ मलका बलकीस ने घल्ले ना हीरे जवाहरात वो जो उन्होंने सल्तनत के दाखिल होए तो वेख्या तो उन्होंने सड़कां हीरियां नाल जड़ियां उन्होंने कोल किहड़ा कमी सी अगे उन्होंने जिन परियां सब उन्होंने मुताज सन ते सल्तनत च वड़दे ही ना ऊँट वापस मोड़ ले मलका बलकीस आंदी आ गए की होया वापस लैन दे वो आंदे ने भलीए तू की करवानी पई असीं तोहफा जिहड़ा कल्ली पई उन्हां दी गलियां दे वट्टे ने शर्म आ गई ना किदों आई है जो अगलियां दी सल्तनत वेखी है तो फिर शर्म आ गई भी असीं लैके की जाने आ उन्हां वास्ते गलियां दे वट्टे उन्होंने तो गलियां दे विच ये हीरे जवाहरात जड़े ने अज भी जे कोई खालक दी सल्तनत नूं वेखे ना उन्होंने अपने वाली सल्तनत तो शर्म आ जाएगी फिर वो चलेगा खालक की अनाह नूं जे कोई समझण दी कोशिश करे तो उन्होंने अपनी अनाह की शर्म आएगी भी मैं किस मूँह नाल मैं अपनी अनाह नूं पै चुकना वा ते जे मैं खालक की अनाह नूं वेखां ते मेरी अनाह जिहड़ी है वो है कित्थे करके दरअसल अनाह ही एक पवाड़ा है मेरे बाबा जी सरकार फरमाते होंदे सन कि बड़ा शेर पढ़ते होंदे सन कि मेरी मैं ने मैनू जुदा रखिया मैनू मेरी मैं अनाह ने जिन्नी देर तक मैं सा मैं जब तक था तेरी जलवा फेराई न थी
जो नमूदे हक से मिट जाए, तेरी अना है भी इन्नी कोई जो खालक दी वहदानियत दी रोशनी तेरे तक पहुंचेगी ते नेरा पता ही नेरे दा कोई वजूद होंदा है, नेरे दा कोई वजूद नहीं है। और यकीन जानो कि असी इस जहान विच आई इस काम कि तौहीद दा जेड़ा सूरज है ओनू झाड़ लईए पूरी तरह। अलामा साहब जनाब फरमाते हैं कि गर्ज है पुकारे ज़िंदगी से, तेरी ज़िंदगी दे खास मकसद ही है वे गर्ज है पुकारे ज़िंदगी से कमाल पाए हलाल तेरा। आ जेड़ा तेरा चन्न होण ते ना होण दे विच जे वे जेड़ा चन्न पहले दिन दा जेड़ा चन्न हुंदा है ना, वो पता बड़े औखे हो के बड़ी वंड ना दे चन्न नज़र आ गया सवेरे ईद होवेगी आंदे ने ਉਹ ਚੰਨ ਨੂੰ ਆਪਣੇ 14ਵੀਂ ਦੇ ਚੰਨ ਨਾਲ ਬਣਾ ਲੈ ਤਾਂ ਕਿ ਹਜ਼ਾਰਾਂ ਬੱਦਲ ਵੀ ਜੇ ਸਾਹਮਣੇ ਆਉਣ ਤੇ ਪਿੱਛੋਂ ਫਿਰ ਵੀ ਆਪਣਾ ਹੋਣਾ ਪਿਆ ਦੱਸੇ। ਜਿਨ੍ਹਾਂ ਨੇ ਆਪਣੀ ਅਨਾ ਮਾਰ ਲਈ ਏ ਉਹਨਾਂ ਦੀ ਤੌਹੀਦ ਇੰਜ ਅਯਾਂ ਹੋ ਗਈ ਏ ਕਿ ਉਹਨਾਂ ਦੀ ਚੁੱਕਦੀ ਹੈ ਹੀ ਨਹੀਂ। ਫਿਰ ਬਾਬਾ ਜੀ ਸਰਕਾਰ ਫਰਮਾਉਂਦੇ ਨੇ ਨਾ, ਜਨਾਬ ਫਰਮਾਉਂਦੇ ਨੇ ਯਾਰ ਲੋਕ ਆਉਂਦੇ ਨੇ ਦਿਸਦੇ ਹੀ ਨਹੀਂ, ਸਾਡਾ ਚੁੱਕਦਾ ਹੀ ਨਹੀਂ ਵੀ ਐਸੀ ਵਜ਼ਾਹਰ ਦੀ ਸਮਝ ਆਈ ਵੀ ਸਾਡਾ ਤੇ ਚੁੱਕਦਾ ਹੀ ਨਹੀਂ, ਇਹਨਾਂ ਦਾ ਦਿਸਦਾ ਹੀ ਨਹੀਂ। ਤਾਂ ਜਿਹਨੂੰ ਸਮਝ ਆ ਜੇ ਨਾ ਉਹਦਾ ਨਹੀਂ ਚੁੱਕਦਾ। अच्छा, मौलाना फरमाते हैं कि सर उठा जिंदा और आलीशान सल्तनत को देख, ए मिस्र और दरियाए नील पर मगरूर, अगर तू इस नापाक चीथड़े को छोड़ दे तो नील को जान के नील में डुबो दे। एनू जे तू भैड़ा पाटे आ खेस जेड़ा घुट घुट लई बैठा है ना, इनू कदी छड्डे ना तू ते शर्म नाल ही डुब मरे कि मैं करदा की सा। यकीन जानो कि खुदा शाह जे बंदे नू वो अगला राह खुले ना ते बंदे नू इस गल दी भी शर्म आउण लग पैंदी कि मैं करदा की सा भी निरा इन्नी देर गांधी खांदा रहा वा। कल हाली एक पीर भैन नाल गल की हुंदी सी ते ओह दस्से पे आंदी मैं जदों दी बैत होई है ना ते हुण मैं अपनी पुरानी जिंदगी वेखनी आ ते मैं नहीं आ मैं ते मेरा इंज ही बस गंद च खेलती रही हैं। तो हुण मैनूं असल माखज़ दा तो पता लग्या भी खेल ते सी ते मैं किसे रही तो मौलाना फरमांदे ने कि जे तू वेख लवें ना, लेकिन वेख उदों ही सकना जदों तू अपनी अना नूं छड्डे, जदों तू अपनी अनानियत नूं पिछे छड्डेगा ते फिर तू दीदार तू फैज़याब हो, वरना नहीं। दीदार करने वास्ते ना वो दूसरे सपारे दे विच हज़रत मूसा अलैहिस्सलाम दे नाल ना उन्होंने जिक्र कीता, बहस कीती। आंदे ने असीं नहीं इंज मनदे, जिस खुदा नूं असीं वेखिया ही नहीं उहनूं की मन्नीए। देखो अज दे मुसलमानां नालों तो मेरे ख्याल नाल काफर ही चंगे सन। ये आयत बहुत घट तुहाडे सामने जिक्र किया जाएगा। हज़रत मूसा अलैहिस्सलाम नूं आंदे ने कि जिस खुदा नूं असीं वेखिया नहीं उहनूं किवें मन्नीए। और फिर कुरान पाक विच हुंदा और नागहा तुमने देख लिया, किदों तुम सकते में सकता अना ना रवे बंदा सकते मैं नाल ही ना जो मैं नहीं वेच क्या बहुत हाँ मुर्दा कदी वेख्या जो खलोते आ सकता साकन सकून इंज समझो भी ये एक दूजे दे माखज़ ने, एक दूजे दी गर्दाना ने साथ मुर्दा सकते विच हुंदा, पता क्यों? क्योंकि ਉਹਦੇ ਵਿੱਚੋਂ ਨਾ ਨਿਕਲ ਗਈ है।